लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। जी का खालसा वाहिगुरु जी की फतेह। अंग है 473। ਹੁਣ तक 18 पौड़ियाँ आसा दी वार दियां संपूर्ण होईयां ने। श्लोक महला पहला। पहला सुच्चा आप होए, सुच्चे बैठा आए। सुच्चे अगे रखियो ना, कोई ना पिटियो जाए। हाँ जी। श्लोक महला पहला। श्लोक महला पहला। पहला सुच्चा आप होए, सुच्चा आप होए। सुच्चे बैठा आए, सुच्चे बैठा आए। सुच्चे अगे रखे ना, सुच्चे अगे रखियो ना, कोई ना पिटियो जाए, कोई ना पिटियो जाए। श्लोक महला पहला। गुरु नानक पातशाह ਇੱਥੇ ਸਾਡੇ ਕਰਮਕਾਂਡਾਂ ਦੀ ਗੱਲ ਕਰਦੇ ਨੇ। ਧਰਮ ਦੇ ਵਿੱਚ ਸੁੱਚ ਪਿੱਟ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਤੇ ਮਹਾਰਾਜ ਇੱਥੇ ਸਮਝਾਉਂਦੇ ਨੇ ਗੱਲ ਨੂੰ ਕਿ ਇਕੱਲੇ ਪਦਾਰਥਾਂ ਦੀ ਸੁੱਚ ਪਿੱਟ ਨਾਲ ਗੱਲ ਨਹੀਂ ਬਣਨੀ। ਕਹਿੰਦੇ ਗੱਲ ਤਾਂ ਇਹ ਹੈ ਕਿ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਕੇ ਰਸਾਂ ਕਸਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਉਹ ਹੀ ਪਿੱਟੇ ਹੋਏ ਨੇ, ਉਹ ਹੀ ਅਪਵਿੱਤਰ ਨੇ। ਗੱਲ ਹੱਥ ਲੱਗਣ ਨਾਲ ਜਾਂ ਨਾ ਲੱਗਣ ਨਾਲ ਸੁੱਚਾ ਜਾਂ ਝੂਠਾ ਨਹੀਂ ਹੁੰਦਾ ਕੋਈ, ਕਿਉਂਕਿ ਅਸੀਂ ਇਸ ਨੂੰ ਇੱਕ ਧਰਮ ਖੇਤਰ ਦਾ ਅੰਗ ਮੰਨ ਕੇ ਬਹਿ ਗਏ। ਇੱਥੇ ਮਹਾਰਾਜ ਸਮਝਾਉਂਦੇ ਨੇ ਗੱਲ ਕਿ ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ। ਪਹਿਲਾਂ ਤੇ ਬ੍ਰਾਹਮਣ ਆਪ ਸੁੱਚਾ ਹੋ ਕੇ ਨਹਾ ਧੋ ਕੇ ਕਹਿੰਦੇ ਚੌਂਕੇ ਸੁੱਚਾ ਕਰਕੇ ਬਹਿ ਗਿਆ ਉਹਦੇ ਵਿੱਚ। ਸੁੱਚੇ ਅੱਗੇ ਰੱਖਿਓ ਨਾ, ਕੋਈ ਨਾ ਪਿੱਟਿਓ ਜਾਏ। ਜਜਮਾਨ ਨੇ ਥਾਲ ਪਰੋਸ ਕੇ ਉਹਦੇ ਅੱਗੇ ਰੱਖਿਆ ਕਿ ਹੁਣ ਇਹਨੂੰ ਕੋਈ ਹੱਥ ਨਾ ਲਾਏ, ਹੁਣ ਕਿਤੇ ਹੱਥ ਲਾਉਣ ਨਾਲ ਝੂਠਾ ਨਾ ਹੋ ਜਾਏ। ਹਾਂਜੀ। ਸੁੱਚਾ ਹੋਏ ਕੈ ਜੀਵਿਆ, ਸੁੱਚਾ ਹੋਏ ਕੈ ਜੀਵਿਆ। ਲੱਗਾ ਪੜਨ ਸ਼ਲੋਕ, ਲੱਗਾ ਪੜਨ ਸ਼ਲੋਕ। ਹੱਥੀ ਜਾਏ ਸਟਿਆ, ਹੱਥੀ ਜਾਏ ਸੱਟਿਆ। ਕਿਸ ਇਹ ਲੱਗਾ ਦੁੱਖ, ਕਿਸੇ ਲੱਗਾ ਦੁੱਖ। ਮਹਾਰਾਜ ਜੀ ਕਹਿੰਦੇ ਉਹਨੇ ਆਪ ਸੁੱਚਾ ਹੋ ਕੇ ਨਹਾ ਧੋ ਕੇ ਚੌਂਕਾ ਸੁੱਚਾ ਕਰਕੇ ਇਹ ਸਾਰਾ ਕੁਝ ਕੀਤਾ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸ਼ਲੋਕ। ਕਹਿੰਦੇ ਸੁੱਚਾ ਹੋ ਕੇ ਉਹਨੇ ਉਹ ਜੀਵਿਆ ਖਾਧਾ, ਉਸ ਨੂੰ ਕਹਿੰਦੇ ਉਦੋਂ ਬਾਅਦ ਸ਼ਲੋਕ ਪੜ੍ਹਦਾ ਧਰਮ ਸ਼ਾਸਤਰਾਂ ਦੇ। ਹੱਥੀਂ ਜਾਏ ਸੱਟਿਆ, ਕਿਸੇ ਲੱਗਾ ਦੁੱਖ। ਉਹ ਸੁੱਚੀ ਚੀਜ਼ ਨੂੰ ਹੱਥੀਂ ਗੰਦੇ ਥਾਂ ਭਾਵ ਪੇਟ ਵਿੱਚ ਜਾ ਕੇ ਉਹ ਗੰਦ ਬਣ ਗਿਆ। ਮਹਾਰਾਜ ਕਹਿੰਦੇ ਫਿਰ ਇਹ ਦੋਖ ਕਿਹਨੂੰ ਲੱਗਾ, ਇਹ ਦੋਸ਼ ਕਿਸ ਨੂੰ ਲੱਗਾ, ਤੁਸੀਂ ਇਹ ਦੱਸੋ ਪਹਿਲਾਂ। ਤੇ ਬੜਾ ਵਧੀਆ ਭੋਜਨ ਸੀ, ਸਵਾਦਲਾ ਭੋਜਨ ਸੀ, ਸਾਫ ਸੁਥਰਾ ਭੋਜਨ ਸੀ, ਪਰ ਉੱਥੇ ਪੇਟ ਵਿੱਚ ਜਾ ਕੇ ਉੱਥੇ ਗੰਦਗੀ ਬਣ ਗਈ। ਕਹਿੰਦੇ ਫਿਰ ਇਹ ਦੋਸ਼ ਕਿਹਨੂੰ ਲੱਗਾ। ਕੁਐਸਚਨ ਕਰਦੇ ਨੇ ਮਹਾਰਾਜ ਜੀ ਵਿਅੰਗਾਤਮਕ। ਹਾਂਜੀ। ਅੰਨ ਦੇਵਤਾ ਪਾਣੀ ਦੇਵਤਾ, ਅੰਨ ਦੇਵਤਾ ਪਾਣੀ ਦੇਵਤਾ। ਵੈ ਸੰਤਰ ਦੇਵਤਾ ਲੂਣ, ਲੈ ਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ, ਪੰਜਵਾਂ ਪਾਇਆ ਕਿਰਤ। ਤਾ ਹੋਆ ਪਾਕ ਪਵਿੱਤ, ਹੋਆ
ਪਾਪੀ ਸਿਉ ਤਨ ਗੱਡਿਆ ਪੀਸਿਓ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਹੁਕਾਂ ਪਈਆਂ ਤਿਤ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣਾ ਪੰਜਵਾਂ ਪਾਇਆ ਕਿਰਤ ਤਾਂ ਹੁਆ ਪਾਕ ਪਵਿੱਤ। ਤੇ ਮਹਾਰਾਜ ਕਹਿੰਦੇ ਤੁਸੀਂ ਅੰਨ ਨੂੰ ਵੀ ਦੇਵਤਾ ਕਹਿੰਦੇ ਹੋ। ਅੰਨ ਦੇਵਤਾ ਹੈ, ਪਾਣੀ ਦੇਵਤਾ ਹੈ, ਬਸੰਤਰ ਅੱਗ ਉਹ ਦੇਵਤਾ ਹੈ, ਲੂਣ ਕਹਿੰਦੇ ਪੰਜਵਾਂ ਕਿਰਤ ਘਿਓ ਪਾ ਕੇ ਉਹ ਸਾਰਾ ਕੁਝ ਪਵਿੱਤਰ ਹੋ ਗਿਆ, ਕਿਉਂਕਿ ਘਿਓ ਨੂੰ ਕਦੇ ਵੀ ਅਪਵਿੱਤਰ ਨਹੀਂ ਮੰਨਦੇ। ਰੇਸ਼ਮ ਤੇ ਘਿਓ ਕਹਿੰਦੇ ਕਦੇ ਅਪਵਿੱਤਰ ਨਹੀਂ ਹੁੰਦੇ। ਤੇ ਮਹਾਰਾਜ ਕਹਿੰਦੇ ਉਹ ਤੁਸੀਂ ਘਿਓ ਵੀ ਪਾ ਦਿੱਤਾ ਤਾਂ ਹੋਆ ਪਾਕ ਪਵਿੱਤ। ਘਿਓ ਪਾਉਣ ਨਾਲ ਕਹਿੰਦੇ ਵੇਖੋ ਉਹ ਪਵਿੱਤਰ ਹੋ ਗਿਆ, ਪਾਕ ਹੋ ਗਿਆ। ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਤੇ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਕਰਦੇ ਨੇ ਭਾਈ ਇੱਥੇ ਪਾਪੀ ਸਿਉ ਪਾਪ ਢਿੱਡ ਵਿੱਚ ਜਾ ਕੇ ਇਹ ਸਾਰੇ ਦੇਵਤੇ ਗੰਦ ਵਿੱਚ ਬਦਲ ਗਏ। ਜਿਨ੍ਹਾਂ ਨੂੰ ਪਹਿਲਾਂ ਤੁਸੀਂ ਦੇਵਤਾ ਆਖਦੇ ਸੀ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ, ਕਹਿੰਦੇ ਉਹਦੇ ਵਿੱਚ ਫਿਰ ਤੁਸੀਂ ਥੁੱਕਦੇ ਹੋ। ਜਦੋਂ ਗੰਦਗੀ ਪਈ ਹੈ ਵੇਖੋ ਉਹਦਾ ਕੀ ਰੂਪ ਬਣ ਗਿਆ, ਕਹਿੰਦੇ ਉਹਦੇ ਫਿਰ ਉਹ ਤੁਸੀਂ ਥੁੱਕਾਂ ਪਾਉਂਦੇ ਉਹਦੇ ਉੱਤੇ। ਹਾਂਜੀ ਜਿਤ ਮੁਖ ਨਾਮ ਨਾ ਉਚਰਹਿ ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਮੈ ਰਸ ਖਾਹੇ ਬਿਨ ਨਾਮੈ ਰਸ ਖਾਏ ਨਾਨਕ ਏਵੈ ਜਾਣੀਐ ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ ਤਿਤ ਮੁਖ ਥੁੱਕਾਂ ਪਾਏ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ। ਤੇ ਮਾਰੇ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਹੀ ਜਿਹੜੇ ਮੁਖ ਤੋਂ ਨਾਮ ਨੂੰ ਉਚਾਰਨ ਨਹੀਂ ਕਰਦੇ, ਜਿਹੜੇ ਇਸ ਜ਼ਬਾਨ ਤੋਂ ਉਸ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਸਿਮਰਦੇ, ਉਹਦੇ ਗੁਣਾਂ ਨਾਲ ਸਾਂਝ ਨਹੀਂ ਪਾਉਂਦੇ, ਬਿਨ ਨਾਮੈ ਰਸ ਖਾਏ ਨਾਮ ਤੋਂ ਬਿਨਾਂ ਦੁਨੀਆ ਦੇ ਰਸਾਂ ਕਸਾਂ ਵਿੱਚ ਹੀ ਉਲਝੇ ਹੋਏ ਨੇ। ਨਾਨਕ ਏਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਤੇ ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿੰਦੇ ਭਾਈ ਉਹਨਾਂ ਦਾ ਹਾਲ ਵੀ ਉਸ ਗੰਦਗੀ ਵਰਗਾ ਹੀ ਹੈ, ਉਹਨਾਂ ਉੱਤੇ ਵੀ ਥੂ ਥੂ ਹੀ ਹੁੰਦੀ। ਜਿਸ ਤਰ੍ਹਾਂ ਕਿ ਉਹ ਅੰਨ ਦੇਵਤਾ ਪਾਣੀ ਦੇਵਤਾ ਜਿਹਨਾਂ ਨੂੰ ਪਹਿਲਾਂ ਤੁਸੀਂ ਦੇਵਤਾ ਮੰਨਦੇ ਸੀ, ਕਹਿੰਦੇ ਜਦੋਂ ਉਹ ਪੇਟ ਵਿੱਚੋਂ ਲੰਘੇ ਤੇ ਹਾਲ ਇਹਨਾਂ ਦਾ ਇਹ ਹੋ ਗਿਆ। ਇਸ ਤਰ੍ਹਾਂ ਨਾਮ ਤੋਂ ਹੀਣੇ ਮਨੁੱਖਾਂ ਦਾ ਹਾਲ ਵੀ ਉਹੀ ਹੈ ਜਿਹੜਾ ਕਿ ਉਹ ਅੰਨ ਦਾ ਹੋਇਆ ਸੀ। ਉਹਨਾਂ ਉੱਤੇ ਵੀ ਕਹਿੰਦੇ ਥੂ ਥੂ ਹੀ ਹੁੰਦੀ, ਭਾਵ ਉਹਨਾਂ ਉੱਤੇ ਗੰਦਗੀ ਪਈ ਰਹਿੰਦੀ ਹੈ, ਈਰਖਾ ਦੀ, ਹਉਮੈ ਦੀ, ਹੰਕਾਰ ਦੀ, ਉਹ ਹੋਰ ਗੰਦੇ ਹੁੰਦੇ ਰਹਿੰਦੇ ਨੇ। ਹਾਂਜੀ ਮਹੱਲਾ ਪਹਿਲਾ ਮਹੱਲਾ ਪਹਿਲਾ ਭੰਡ ਜੰਮੀਐ ਭੰਡ ਨਿਮੀਐ ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ ਭੰਡ ਮੰਗਣ ਵਿਆਹ ਭੰਡ ਹੋਵੈ ਦੋਸਤੀ ਭੰਡੋ ਹੋਵੈ ਦੋਸਤੀ ਭੰਡ ਹੋ ਚੱਲੈ ਰਾਹ ਭੰਡੋ ਚੱਲੈ ਰਾਹ। ਮਹੱਲਾ ਪਹਿਲਾ। ਅਗਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ ਕਿ ਸਾਡੇ ਸਮਾਜ ਵਿੱਚ ਜਿੱਥੇ ਜਾਤਾਂ ਪਾਤਾਂ ਦਾ ਰੌਲਾ ਸੀ, ਉੱਥੇ ਮਾਰੇ ਕਦੇ ਮਾਦੀ ਭੇਦਾਂ ਦਾ, ਲਿੰਗ ਦਾ ਰੌਲਾ ਵੀ ਪੈ ਗਿਆ। ਔਰਤ ਨੂੰ ਨੀਵਾਂ ਸਮਝਿਆ ਗਿਆ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ, ਔਰਤ ਨੂੰ ਬਘਿਆੜੀ ਕਹਿੰਦੇ। ਤੇ ਮਹਾਰਾਜ ਜੀ ਕਹਿੰਦੇ ਭਾਈ ਜਿਹਦਾ ਤੁਸੀਂ ਨਿਰਾਦਰ ਕਰਦੇ ਹੋ ਜਨਮੇ ਤੇ ਉਹਦੇ ਤੋਂ ਹੀ ਹੋ, ਜਿਹਦੇ ਬਗੈਰ ਤੁਹਾਡਾ ਸਰਦਾ ਹੀ ਨਹੀਂ। ਘਰ ਵਿੱਚ ਧੀ ਦਾ ਹੋਣਾ, ਨੂੰਹ ਦਾ ਹੋਣਾ, ਮਾਂ ਦਾ ਹੋਣਾ ਉਨਾ ਹੀ ਜ਼ਰੂਰੀ ਹੈ ਜਿੰਨੇ ਸਵਾਸਾਂ ਦਾ ਹੋਣਾ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਤੁਸੀਂ ਕਿਵੇਂ ਮੰਦਾ ਕਹਿ ਸਕਦੇ ਹੋ ਜਿੰਨਾ ਅੱਗੇ ਤੁਸੀਂ ਸਿਰ ਝੁਕਾਉਂਦੇ ਹੋ ਜਾ ਜਾ ਕੇ ਰਾਜਿਆਂ ਮਹਾਰਾਜਿਆਂ ਅੱਗੇ, ਮਹਾਂਪੁਰਸ਼ਾਂ ਅੱਗੇ। ਉਹ ਵੀ ਤੇ ਔਰਤ ਨੇ ਜਨਮੇ ਨੇ, ਉਹ ਵੀ ਔਰਤ ਦੇ ਪੇਟੋਂ ਆਏ ਨੇ, ਫਿਰ ਉਹਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਮਾੜਾ। ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਬਰਾਬਰਤਾ ਦੀ ਗੱਲ ਕੀਤੀ ਹੈ ਕਿ ਇੱਥੇ ਲਿੰਗ ਭੇਦ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੇ ਵੀ ਉਹਨੂੰ ਸਿਮਰਦੇ ਨੇ, ਭਾਵੇਂ ਉਹ ਇਸਤਰੀ ਹੈ ਚਾਹੇ ਉਹ ਪੁਰਸ਼ ਹੈ, ਉਸ ਪਰਮਾਤਮਾ ਦੇ ਦਰ 'ਤੇ ਉਹੀ ਕਬੂਲ ਹੁੰਦੇ ਨੇ। ਕਹਿੰਦੇ ਉਹਨੂੰ ਭੰਡਣ ਵਾਲੀ ਕਿਹੜੀ ਗੱਲ ਹੈ, ਉਸ ਨੂੰ ਮਾੜਾ ਕਹਿਣ ਵਾਲੀ ਕਿਹੜੀ ਗੱਲ ਹੈ।
ਮਹੱਲਾ ਪਹਿਲਾ। ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹ। ਕਹਿੰਦੇ ਭੰਡ ਤੋਂ ਭਾਵ ਔਰਤ, ਉਹ ਸਾਨੂੰ ਜਨਮ ਦਿੰਦੀ ਹੈ, ਉਹਦੇ ਪੇਟ ਵਿੱਚ ਹੀ ਸਾਡਾ ਵਿਕਾਸ ਹੁੰਦਾ ਹੈ, ਉੱਥੋਂ ਮੰਗਣੀ ਹੁੰਦੀ, ਉਹਨੂੰ ਮੰਗਦਾ ਹੈ ਬੰਦਾ, ਤੇ ਵਿਆਹ ਵੀ ਉਹਦੇ ਨਾਲ ਹੀ ਹੁੰਦਾ ਹੈ। ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹ। ਕਹਿੰਦੇ ਦੋਸਤੀ ਵੀ ਔਰਤ ਨਾਲ ਹੈ, ਤੇ ਤੁਹਾਡਾ ਰਾਹ ਭਾਵ ਪੀੜ੍ਹੀ ਦਰ ਪੀੜ੍ਹੀ ਉਹ ਅੱਗੇ ਚਲਾਉਂਦੀ, ਸੰਤਾਨ ਨੂੰ ਜਨਮ ਦਿੰਦੀ ਹੈ, ਤਾਂ ਕਿ ਤੁਹਾਡਾ ਨਾਮੋ ਨਿਸ਼ਾਨ ਜਿਹੜਾ ਹੈ ਉਹ ਔਰਤ ਕਰਕੇ ਤੇ ਬਣਿਆ ਰਹਿੰਦਾ ਹੈ। ਹਾਂਜੀ। ਭੰਡ ਮੁਆ ਭੰਡ ਭਾਲੀਐ ਮੁਆ ਭੰਡ ਭਾਲੀਐ ਭੰਡ ਹੋਵੈ ਬੰਧਾਨ ਭੰਡ ਹੋਵੈ ਬੰਧਾਨ। ਸੋ ਕਿਉ ਮੰਦਾ ਆਖੀਐ ਕਿਉ ਮੰਦਾ ਆਖੀਐ। ਜਿਤ ਜਮੈ ਰਾਜਾਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭੰਡ ਮੁਆ ਭੰਡ ਭਾਲੀਐ ਭੰਡ ਹੋਵੈ ਬੰਧਾਨ। ਕਹਿੰਦੇ ਜੇ ਔਰਤ ਮਰ ਜਾਏ ਫਿਰ ਦੂਸਰੀ ਔਰਤ ਲੱਭਦੇ ਹੋ। ਭੰਡ ਹੋਵੈ ਬੰਧਾਨ, ਕਹਿੰਦੇ ਔਰਤ ਕਰਕੇ ਹੀ ਜ਼ਿੰਦਗੀ ਦਾ ਜਿਹੜਾ ਸਾਡਾ ਕਰਮ ਹੈ, ਜ਼ਿੰਦਗੀ ਦਾ ਕਰਮ ਹੈ ਜਿਹੜਾ ਸਾਡਾ, ਉਹ ਬਣਿਆ ਰਹਿੰਦਾ, ਇੱਕ ਮਰਿਆਦਾ ਬਣੀ ਰਹਿੰਦੀ ਹੈ। ਬੰਧਾਨ ਤੋਂ ਭਾਵ ਹੈ ਜ਼ਿੰਦਗੀ ਦਾ ਇੱਕ ਬੜਾ ਵਧੀਆ ਅਸੂਲ ਜਿਹੜੇ ਬਣੇ ਰਹਿੰਦੇ ਨੇ, ਕਿਉਂਕਿ ਔਰਤ ਤੋਂ ਬਿਨਾਂ ਘਰ ਬਣਿਆ ਨਹੀਂ ਜਾ ਸਕਦਾ, ਔਰਤ ਤੋਂ ਬਿਨਾਂ ਬੰਦਾ ਮਰਿਆਦਾ ਵਿੱਚ ਰਹਿ ਹੀ ਨਹੀਂ ਸਕਦਾ। ਤੇ ਮੈਂ ਕਹਿੰਦਾ ਭੰਡ ਹੋਵੇ ਬੰਧਾਨ, ਤੁਹਾਡਾ ਹਰ ਚੀਜ਼ ਬੰਨਣ ਵਿੱਚ ਰਹਿੰਦੀ, ਭਾਵ ਇੱਕ ਮਰਿਆਦਾ ਵਿੱਚ ਰਹਿੰਦੀ ਹੈ, ਇੱਕ ਡਿਸਿਪਲਿਨ ਵਿੱਚ ਰਹਿੰਦੀ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਲੋਕਾਂ ਨੂੰ ਕਹਿੰਦੇ ਭਾਈ ਫਿਰ ਤੁਸੀਂ ਉਹਨੂੰ ਮੰਦਾ ਕਿਵੇਂ ਕਹਿ ਸਕਦੇ ਹੋ ਜਿਹੜੀ ਕਿ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ, ਅਸੀਂ ਉਸ ਨੂੰ ਮਾੜਾ ਨਹੀਂ ਕਹਿ ਸਕਦੇ। ਹਾਂਜੀ। ਭੰਡ ਹੋਈ ਭੰਡ ਉਪਜੈ ਭੰਡੋਂ ਹੀ ਭੰਡ ਉਪਜੈ ਭੰਡੈ ਵਾਜ ਨ ਕੋਏ ਭੰਡੈ ਬਾਜ ਨਾ ਕੋਏ। ਨਾਨਕ ਭੰਡੈ ਬਾਹਰਾ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ। ਕਹਿੰਦੇ ਔਰਤ ਹੀ ਔਰਤ ਨੂੰ ਜਨਮ ਦਿੰਦੀ, ਜਿੱਥੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ। ਕਹਿੰਦੇ ਤੁਸੀਂ ਉਹਦੇ ਬਗੈਰ ਤੁਹਾਡੀ ਜ਼ਿੰਦਗੀ ਦਾ ਧੁਰਾ ਚੱਲ ਹੀ ਨਹੀਂ ਸਕਦਾ, ਫਿਰ ਔਰਤ ਦਾ ਹੋਣਾ ਵੀ ਜ਼ਰੂਰੀ ਹੈ। ਹਰ ਕੋਈ ਕਹਿੰਦਾ ਹੈ ਕਿ ਮੇਰੇ ਘਰ ਪੁੱਤਰ ਹੋਵੇ, ਜੇ ਬੇਟੀ ਨਹੀਂ ਹੋਗੀ ਤੇ ਨੂੰਹਾਂ ਕਿੱਥੋਂ ਆਉਣਗੀਆਂ, ਫਿਰ ਨੂੰਹਾਂ ਕਿੱਥੋਂ ਆਉਣਗੀਆਂ। ਤਾਂ ਮਹਾਰਾਜ ਕਹਿੰਦੇ ਕਿ ਭੰਡ ਹੋਵੇ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ। ਇਹ ਸੰਸਾਰ ਵਿੱਚ ਔਰਤ ਤੋਂ ਬਿਨਾਂ ਕੁਝ ਵੀ ਨਹੀਂ ਹੈ, ਕੋਈ ਵੀ ਚੀਜ਼ ਨਹੀਂ ਹੋ ਸਕਦੀ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਤੇ ਮਹਾਰਾਜ ਕਹਿੰਦੇ ਭਾਈ ਔਰਤ ਤੋਂ ਬਾਹਰਾ ਭਾਵ ਜੰਮਣ ਮਰਨ ਤੋਂ ਰਹਿਤ ਹੈ ਨਾ ਜਿਹੜਾ, ਉਹ ਤੇ ਇੱਕੋ ਹੀ ਹੈ ਅਕਾਲ ਪੁਰਖ, ਜਿਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਬਾਕੀ ਜਿੰਨੇ ਵੀ ਰਾਜੇ ਮਹਾਰਾਜੇ ਮਹਾਪੁਰਸ਼, ਜਿੰਨੇ ਵੀ ਗੁਰੂ ਪੀਰ ਅਵਤਾਰ ਔਲੀਏ ਪੈਦਾ ਹੋਏ ਨੇ, ਕਹਿੰਦੇ ਉਹ ਔਰਤ ਨੇ ਹੀ ਜਨਮੇ ਨੇ। ਸਿਰਫ ਇੱਕੋ ਹੀ ਬਾਰ ਹੈ, ਉਹ ਹੈ ਅਕਾਲ ਪੁਰਖ ਪਰਮਾਤਮਾ। ਹਾਂਜੀ। ਜਿਤ ਮੁਖ ਸਦਾ ਸਲਾਹੀਐ ਸਦਾ ਸਲਾਹੀਐ ਭਾਗਾਂ ਰਤੀ ਚਾਰ ਭਾਗਾਂ ਰਤੀ ਚਾਰ। ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ। ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰ। ਮਹਾਰਾਜ ਕਹਿੰਦੇ ਜਿਹੜੇ ਮੁਖ ਨਾਲ ਉਸ ਮਾਲਕ ਦੀ ਉਸ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਨਾ, ਉਹ ਭਾਗਾਂ ਵਾਲੇ ਨੇ, ਉਹ ਰੱਤੇ ਹੋਏ ਨੇ, ਉਹ ਸੁੰਦਰ ਨੇ, ਸੋਹਣੇ ਨੇ। ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਗਲੀ ਗੱਲ ਫਰਮਾਉਂਦੇ ਨੇ ਭਾਈ
ਨਾਨਕ ਤੇ ਮੁਖ ਉਜਲੇ। ਉਹ ਮੁਖ ਜਿਹੜੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਉਹ ਮੁਖ ਉਜਲ ਨੇ। ਉਸ ਮਾਲਕ ਦੇ ਦਰ 'ਤੇ ਜਦੋਂ ਜਾਣਗੇ ਤਾਂ ਇੱਜ਼ਤ ਲੈ ਕੇ, ਮਾਣ ਲੈ ਕੇ ਜਾਣਗੇ। ਉਹ ਹੀ ਉਜਲ ਮੁਖ ਵਾਲੇ ਨੇ ਜਿਹੜੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਸੰਸਾਰ ਤੋਂ ਜਾਂਦੇ ਨੇ। ਹਾਂਜੀ। ਔਰ ਪੌੜੀ ਪੌੜੀ ਸਭ ਕੋ ਆਖੈ ਆਪਣਾ, ਸਭ ਕੋ ਆਖੈ ਆਪਣਾ। ਜਿਸ ਨਾਹੀ ਸੋ ਚੁਣ ਕੱਢੀਐ, ਜਿਸ ਨਾਹੀ ਸੋ ਚੁਣ ਕੱਢੀਐ। ਕੀਤਾ ਆਪੋ ਆਪਣਾ, ਕੀਤਾ ਆਪੋ ਆਪਣਾ। ਆਪੇ ਹੀ ਲੇਖਾ ਸੰਡੀਐ, ਆਪੇ ਹੀ ਲੇਖਾ ਸੰਡੀਐ। ਜਾਂ ਰਹਿਣਾ ਨਾਹੀ ਐਤ ਜਗ, ਜਾਂ ਰਹਿਣਾ ਨਾਹੀ ਐਤ ਜਗ। ਤਾਂ ਕਾਇਤ ਗਾਰਬ ਹੰਡੀਐ, ਤਾਂ ਕਾਇਤ ਗਰਭ ਹੰਡੀਐ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ। ਗੁਰੂ ਨਾਨਕ ਪਾਤਸ਼ਾਹ ਅਗਲੀ ਦਲੀਲ ਦਿੰਦੇ ਨੇ ਫਿਰ, ਕਹਿੰਦੇ ਸਾਰੇ ਹੀ ਤੈਨੂੰ ਆਪਣਾ ਕਰਕੇ ਮੰਨਦੇ ਨੇ, ਚਾਹੇ ਔਰਤ ਹੈ ਤੇ ਚਾਹੇ ਪੁਰਸ਼ ਹੈ। ਸਭ ਕੋ ਆਖੈ ਆਪਣਾ, ਤੈਨੂੰ ਸਾਰੇ ਹੀ ਆਪਣਾ ਕਹਿੰਦੇ ਨੇ। ਜਿਸ ਨਾਹੀ ਸੋ ਚੁਣ ਕੱਢੀ ਹੈ, ਕਹਿੰਦੇ ਫਿਰ ਦੱਸ ਕੌਣ ਨਹੀਂ ਹੈ? ਉਹ ਚੁਣ ਕੇ ਕੱਢਦੇ ਬਾਹਰ, ਅਸੀਂ ਤਾਂ ਉਹਨੂੰ ਬਾਹਰ ਕੱਢੀਏ ਜਿਹਦਾ ਤੂੰ ਨਹੀਂ, ਕਿਉਂਕਿ ਤੂੰ ਤੇ ਸਾਰਿਆਂ ਦਾ ਹੀ ਹੈ। ਸਾਰੇ ਹੀ ਤੈਨੂੰ ਧਿਆਉਂਦੇ ਨੇ, ਭਾਵੇਂ ਇਸਤਰੀ ਹੈ ਤੇ ਭਾਵੇਂ ਪੁਰਸ਼ ਹੈ। ਜਿਸ ਨਾਹੀ ਸੋ ਚੁਣ ਕੱਢੀ ਹੈ, ਕੀਤਾ ਆਪੋ ਆਪਣਾ। ਆਪੇ ਹੀ ਲੇਖਾ ਸੰਡੀ ਹੈ। ਕਿਉਂਕਿ ਕਰਮੀ ਆਪੋ ਆਪਣੀ, ਕਿ ਨੇੜੇ ਕੇ ਦੂਰ, ਭਾਵੇਂ ਔਰਤ ਹੈ ਤੇ ਭਾਵੇਂ ਪੁਰਸ਼ ਹੈ। ਮੈਂ ਕਹਿੰਦਾ ਆਪੋ ਆਪਣਾ ਕੀਤਾ ਪਾਉਂਦੇ ਨੇ ਸਾਰੇ ਹੀ। ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹੋ ਜਿਹੇ ਹੰਡਾਉਂਦੇ ਹਾਂ। ਫਿਰ ਇਹਦੇ ਨਾਲ ਔਰਤ ਤੇ ਮਰਦ ਦਾ ਕੋਈ ਲੈਣਾ ਦੇਣਾ ਨਹੀਂ। ਮਰ ਕੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਨੀਵਾਂ ਹੈ, ਉਹ ਵੱਡਾ ਹੈ? ਤੇਰੀ ਨਿਗਾਹ ਵਿੱਚ ਤੇ ਸਾਰੇ ਇੱਕੋ ਜਿਹੇ ਨੇ, ਤੂੰ ਸਾਰੇ ਤੈਨੂੰ ਧਿਆਉਂਦੇ ਨੇ। ਜਾਂ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰਬ ਹੰਡੀ ਹੈ। ਜਦੋਂ ਇਹ ਸੰਸਾਰ ਵਿੱਚ ਰਹਿਣਾ ਹੀ ਨਹੀਂ, ਕਿਸੇ ਨੇ ਨਹੀਂ ਰਹਿਣਾ, ਨਾ ਔਰਤ ਨੇ ਤੇ ਨਾ ਹੀ ਮਰਦ ਨੇ। ਜਾਂ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰਬ ਹੰਡੀ ਹੈ। ਕਹਿੰਦੇ ਫਿਰ ਕਿਉਂ ਹੰਕਾਰ ਹੰਡਾਉਂਦੇ ਹੋ? ਕਿਉਂ ਹੰਕਾਰ ਵਿੱਚੋਂ ਕਿ ਅਸੀਂ ਮਰਦ ਹਾਂ, ਉਹ ਔਰਤ ਹੈ, ਉਹ ਨੀਵੀਂ ਹੈ, ਅਸੀਂ ਉੱਚੇ ਹਾਂ? ਮਤਲਬ ਕਿ ਨਹੀਂ। ਇਸ ਕਰਕੇ ਹੰਕਾਰ ਬੁਰਾ ਹੈ ਸੰਸਾਰ ਵਿੱਚ। ਮਹਾਰਾਜ ਇਹ ਗੱਲ ਸਮਝਾਉਂਦੇ ਨੇ ਬਾਰ-ਬਾਰ ਬਾਣੀ ਵਿੱਚ ਕਿ ਹਰਜੂ ਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵੈ। ਹੰਕਾਰ ਕਿਸੇ ਵੀ ਚੀਜ਼ ਦਾ ਮਾੜਾ ਹੈ, ਕਿਸੇ ਵੀ ਕੰਮ ਦਾ, ਸਰੀਰ ਦਾ, ਵਿਦਵਤਾ ਦਾ, ਸੁਹੱਪਣ ਦਾ, ਪੈਸੇ ਦਾ, ਧਨ ਦੌਲਤ ਦਾ, ਕਿਸੇ ਵੀ ਚੀਜ਼ ਦਾ, ਐਵਨ ਕਿ ਗਿਆਨ ਦਾ ਹੰਕਾਰ ਸਭ ਤੋਂ ਮਾੜਾ ਹੈ। ਤੇ ਮੈਂ ਕਹਿੰਦੇ ਕਾਇਤ ਗਾਰਬ ਹੰਡੀ ਹੈ। ਇਹ ਹੰਕਾਰ ਨੂੰ ਫਿਰ ਕਿਉਂ ਹੰਡਾਉਂਦੇ ਹੋ? ਹੰਕਾਰ ਨੂੰ ਕਿਉਂ ਭੋਗਦੇ ਹੋ ਸੰਸਾਰ ਵਿੱਚ? ਹਾਂਜੀ। ਮੰਦਾ ਕਿਸੈ ਨਾ ਆਖੀਐ, ਮੰਦਾ ਕਿਸੈ ਨਾ ਆਖੀਐ। ਪੜ੍ਹ ਅੱਖਰ ਇਹੋ ਬੁੱਝੀਐ, ਹਰ ਅੱਖਰ ਇਹੋ ਬੁੱਝੀਐ। ਮੂਰਖੈ ਨਾਲ ਨਾ ਲੁੱਝੀਐ। ਅਖੀਰ ਵਿੱਚ ਫਿਰ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਫੈਸਲਾ ਕਰਦੇ ਨੇ ਮਹਾਰਾਜ। ਮੰਦਾ ਕਿਸੇ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਐ। ਕਹਿੰਦੇ ਜੇ ਤੁਸੀਂ ਪੜ੍ਹੇ ਲਿਖੇ ਹੋ ਨਾ, ਆਪਣੇ ਆਪ ਨੂੰ ਸਮਝਦੇ ਹੋ, ਕਿਉਂਕਿ ਔਰਤ ਨੂੰ ਵੀ ਪੜ੍ਹਨ ਦਾ ਅਧਿਕਾਰ ਨਹੀਂ ਸੀ ਪਹਿਲਾਂ। ਹੁਣ ਤੇ ਖੈਰ ਔਰਤਾਂ ਬਹੁਤ ਅੱਗੇ ਨਿਕਲ ਗਈਆਂ, ਚੰਗੀ ਗੱਲ ਹੈ। ਪਹਿਲਾਂ ਔਰਤ ਨੂੰ, ਸ਼ੂਦਰ ਨੂੰ, ਪਸ਼ੂ, ਢੋਰ, ਪਸ਼ੂ, ਢੋਲ ਔਰ ਨਾਰੀ, ਚਾਰੋਂ ਤਾੜਨ ਕੇ ਅਧਿਕਾਰੀ ਮਾਰੇ। ਕਹਿੰਦੇ ਇਹ ਸਾਰੇ ਦੇ ਸਾਰੇ ਤਾੜਨ ਦੇ ਅਧਿਕਾਰੀ ਮੰਨੇ ਗਏ ਪਹਿਲਾਂ, ਕਿਉਂਕਿ ਤੁਲਸੀ ਲਿਖਦਾ ਇਸ ਕਰਨ ਨੂੰ। ਤੇ ਗੁਰੂ ਨਾਨਕ ਪਾਤਸ਼ਾਹ ਨੇ ਦਾ ਵਿਰੋਧ ਕੀਤਾ ਕਿ ਨਹੀਂ। ਇਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਕਿ ਬਰਾਬਰ ਨੇ ਭਾਈ ਸਾਰੇ। ਪਹਿਲਾਂ ਤੇ ਜਾਤਾਂ ਪਾਤਾਂ 'ਚ ਵੰਡਿਆ, ਫਿਰ ਲਿੰਗ ਭਾਵਨਾ ਵੰਡ ਦਿੱਤਾ ਕਿ ਇਹ ਔਰਤ ਹੈ, ਇਹ ਮਰਦ ਹੈ। ਅੱਜ ਵੀ ਸਾਡੇ ਸਮਾਜ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਬੇਟੀ ਜਨਮ ਲੈ ਲਏ ਫਿਰ ਮੂੰਹ ਵੇਖਣ ਵਾਲੇ ਹੁੰਦੇ ਨੇ ਸਾਡੇ, ਤੇ ਜਦੋਂ ਬੇਟਾ ਜਨਮ ਲੈ ਲਏ ਫਿਰ ਬੜੇ ਭੰਗੜੇ ਪਾਉਂਦੇ ਆ, ਤੇ ਸੇਵਾ ਉਹਨੇ ਨਹੀਂ ਕਰਨੀ ਹੁੰਦੀ। ਇਹ ਆਪਾਂ ਨੂੰ ਵੀ ਪਤਾ ਹੈ, ਜਾਣਦੇ ਨਾਲੇ ਸਾਰੀ ਤਰ੍ਹਾਂ। ਪਰ ਫਿਰ ਵੀ ਇੱਕ ਬਣੀ ਹੋਈ ਮਿੱਥ ਨੂੰ ਅਸੀਂ ਅਜੇ ਵੀ
ਝੂਠ ਨੂੰ ਸੰਭਾਲੀ ਬੈਠੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਸਾਨੂੰ ਪੱਕਾ ਕਰਨ ਲੱਗੇ ਹੋਏ ਨੇ, ਪੜ੍ਹ ਅੱਖਰ ਇਹੋ ਬੁੱਝੀ ਹੈ। ਜੇ ਤੂੰ ਪੜ੍ਹਿਆ ਲਿਖਿਆ ਸਮਝਦਾਰ ਹੈ ਤਾਂ ਇਹ ਗੱਲ ਬੁੱਝ ਲੈ। ਤੇ ਮਹਾਰਾਜ ਕਹਿੰਦੇ ਭਾਈ ਮੰਦਾ ਕਿਸੇ ਨਾ ਆਖੀਐ, ਮਾੜਾ ਨਾ ਕਹਿ ਕਿਸੇ ਨੂੰ। ਇਸ ਸੰਸਾਰ ਵਿੱਚ ਕਿਸੇ ਵੀ ਭੇਦ ਨਾਲ ਕਿਸੇ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਸਾਰੇ ਹੀ ਉਹਦੇ ਬੰਦੇ ਨੇ। ਜਿੰਨੇ ਜੀਵ ਨੇ, ਚਾਹੇ ਇਸਤਰੀ ਚਾਹੇ ਪੁਰਸ਼ ਹੈ, ਚਾਹੇ ਉਹ ਆਪਣੇ ਆਪ ਨੂੰ ਅਖੌਤੀ ਉੱਚੀ ਜਾਤ ਦਾ ਖਵਾਉਂਦਾ, ਚਾਹੇ ਨੀਵੀਂ ਜਾਤ ਦਾ ਖਵਾਉਂਦਾ, ਕਹਿੰਦੇ ਸਾਰੇ ਹੀ ਉਸ ਮਾਲਕ ਦੇ ਦਰ ਤੇ ਇੱਕੋ ਜਿਹੇ ਨੇ। ਉਹ ਸਾਰਿਆਂ ਦਾ ਮਾਲਕ ਹੈ, ਅਸੀਂ ਸਾਰੇ ਉਹਦੇ ਬੱਚੇ ਹਾਂ। ਪੜ੍ਹ ਅੱਖਰ ਇਹੋ ਬੁੱਝੀ ਹੈ। ਤੇ ਅਗਲੀ ਗੱਲ ਫਿਰ ਮਾਰੇ ਨੇ ਨਾਲ ਇੱਕ ਹੋਰ ਲਾ ਦਿੱਤੀ ਕਿ ਜੇ ਕਿਤੇ ਵਾਹ ਮੂਰਖਾਂ ਨਾਲ ਪੈ ਜਾਏ ਨਾ, ਕਹਿੰਦੇ ਆਪਣਾ ਟਾਈਮ ਨਾ ਬਰਬਾਦ ਕਰੀ, ਮੂਰਖ ਹੈ ਨਾਲ ਨਾ ਲੁੱਝੀ ਹੈ। ਇਹ ਕਰਕੇ ਮੂਰਖਾਂ ਨਾਲ ਬਹੁਤਾ ਮੱਥਾ ਨਾ ਮਾਰ। ਇੰਨੀ ਗੱਲ ਸਮਝਾ ਦਿੱਤੀ ਮਾਰੇ। ਜਿਹੜੇ ਮੰਨਦੇ ਨੇ ਠੀਕ ਹੈ, ਨਹੀਂ ਮੰਨਦੇ ਆਪੇ ਹੌਲੀ ਹੌਲੀ ਮੰਨ ਜਾਣਗੇ ਸਮੇਂ ਨਾਲ। ਇਹ ਕਰਕੇ ਸੱਚ ਇਹ ਹੈ ਮਾਰੇ ਸਮਝਾਇਆ ਸਾਨੂੰ ਕਿ ਮੰਦਾ ਨਾ ਕਿਸੇ ਨੂੰ ਕਹਿ। ਜ਼ਿੰਦਗੀ 'ਚ ਕਦੇ ਵੀ ਸਾਨੂੰ ਕਿਸੇ ਨੂੰ ਮੰਦਾ ਬੋਲ ਜਾਂ ਮਨ ਕਰਕੇ ਕਿਸੇ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ, ਕਿਉਂਕਿ ਪ੍ਰਮਾਤਮਾ ਦੇ ਸਾਰੇ ਇੱਕ ਪਿਤਾ ਇੱਕ ਕੇ ਹਮ ਵਾਰਿਕ ਤੂੰ ਮੇਰਾ ਗੁਰਹਾਈ। ਉਹ ਸਾਰਿਆਂ ਦੇ ਅਸੀਂ ਉਹਦੇ ਬੱਚਿਆਂ ਵਰਗੇ ਹਾਂ। ਜਿਸ ਤਰ੍ਹਾਂ ਮਾਤਾ ਪਿਤਾ ਨੂੰ ਸਾਰੇ ਹੀ ਇੱਕੋ ਜਿਹੇ ਹੁੰਦੇ ਨੇ, ਕੋਈ ਵੱਡਾ ਛੋਟਾ ਉਹਨਾਂ ਵਾਸਤੇ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਪ੍ਰਮਾਤਮਾ ਲਈ ਸਾਰੇ ਇੱਕੋ ਜਿਹੇ ਨੇ। ਤੇ ਸਾਡੇ ਸਮਾਜ ਵਿੱਚ ਅਜੇ ਵੀ ਇੰਨਾ ਕੁਝ ਅਸੀਂ ਭਾਵੇਂ ਪੜ੍ਹਿਆ, ਇੰਨੇ ਚਿਰ ਤੋਂ ਪੜ੍ਹਦੇ ਆ ਰਹੇ ਹਾਂ 550 ਸਾਲ ਤੋਂ, ਪਰ ਅੱਜ ਵੀ ਅਸੀਂ ਸਮਾਜ ਵਿੱਚ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ। ਅਜੇ ਕਿ ਫੋਰਨ ਦੇ ਵਿੱਚ, ਬਾਹਰਲੇ ਦੇਸ਼ਾਂ ਦੇ ਵਿੱਚ ਅੰਮ੍ਰਿਤ ਕੁੜੀਆਂ ਛਕਾਉਣ ਲੱਗ ਪਈਆਂ। ਔਰਤ ਨੇ ਅੱਗੇ ਆ ਗਈ, ਉਹਨਾਂ ਨੇ ਕਿਹਾ ਕਿ ਸਾਡਾ ਹੱਕ ਕਿਉਂ ਨਹੀਂ, ਪਰ ਅਸੀਂ ਅਜੇ ਇੱਥੇ ਹੀ ਖੜ੍ਹੇ ਹਾਂ ਕਿਉਂਕਿ ਸਾਡਾ ਦੇਸ਼ ਅਜੇ ਵੀ ਮਰਦ ਪ੍ਰਧਾਨ ਹੈ। ਇੱਥੇ ਪ੍ਰਧਾਨਤਾ ਦੀ ਗੱਲ ਨਹੀਂ, ਇੱਥੇ ਯੋਗਤਾ ਦੀ ਗੱਲ ਹੁੰਦੀ। ਯੋਗ ਕੋਈ ਵੀ ਹੋ ਸਕਦਾ ਹੈ, ਚਾਹੇ ਇਸਤਰੀ ਹੋਵੇ ਚਾਹੇ ਪੁਰਸ਼ ਹੋਵੇ। ਵਾਹਿਗੁਰੂ ਵਾਹਿਗੁਰੂ। मेरे राम हम बारक हर प्रभ के हैं ए आणे, हम बारक हर प्रभ के हैं ए आणे।